गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। अज आपां संत रामानंद जी के बारे संगत नाल विचारां दी सांझ पावांगे। गुरमुख प्यारिओ, संत सतगुरु जां मालिक दे प्यारे आख लो, हमेशा ही इस संसार विच आउंदे रहे अते अगे भी आउंदे रहणगे। ये उस मालिक का अपना बनाया होया एक विधान है, एक कानून है, एक सिद्धांत जां प्रिंसीपल है। आपां अपनी मर्जी अनुसार इस विच तब्दीली नहीं कर सकते। मैंने गुरबाणी दी एक कड़ी याद आ गई। गुरबाणी अंदर एक जगह ते जिक्र मिलदा, आग लगी आकाश को, चढ़ चढ़ पैन अंगार, संत ना होते जगत में, जल मरता संसार। बाणी की सिक्ख्या अनुसार संसार तक की आकाश विच भी अग लगी हुई अते उस अग विचों जलते हुए अंगियार इस जमीन उपर डिग रहे हैं। जेकर संत सतगुरु इस संसार उपर मनुखी जामे विच ना होण तां ये सारा संसार ही जल के स्वाह दी ढेरी बन जाए। दूसरी चीज़ आपां विचार करांगे कि संत महात्मा इत्थे धर्म दीआं दीवारां खड़ियां करन वास्ते नहीं आउंदे। वो आपां नूं इन्हां किलियां दीआं दीवारां विचों बाहर निकालण दा उपदेश ही दिंदे हन। जिस तरह आपां सतगुरु रविदास जी दी बाणी उपर विचार करके देखिए तां उन्हां ने अपनी बाणी अंदर एक जगह ते जिक्र किया, एके माटी के सब भांडे, सबका एको सिरजनहारा, रविदास व्यापे एको घट पीतर, सबको एके घड़े कुम्हारा। सतगुरु रविदास जी दे दस्सण अनुसार जिस तरह एक कुम्हार मिट्टी दे बर्तन बनाउंदा है, पर उन्हां बर्तनां दी बनतर वखरी वखरी हो सकदी, पर वो सारे ही बर्तन इक्को मिट्टी विचों बनाए गए आखे जा सकते हैं। जिस तरह मैं बेनती की, वो कोई नवा धर्म जां मजहब खड़ा करने वास्ते नहीं आउंदे। जेकर आपां खुले दिल नाल विचार करके देखिए तो मजहब इंसान ने पैदा किए हैं। मालिक ने कोई मजहब नहीं बनाया। आपां इस गल तो इनकार नहीं कर सकते कि कोई 5 जां 550 साल पहला सिख होंद विच नहीं सन। कोई 1300 साल तो पहला हिंदू नहीं सन। कोई 1400 साल तो पहला मुसलमान भी नहीं सन। 2000 साल तो पहला कृष्ण भी इस दुनिया उपर नहीं सन। अते मैं बेनती करा, कोई 5000 साल तो पहला बोधियां दी भी सूझ-बूझ इत्थे नहीं सी। जिस तरह सिख धर्म के वेद व्यास भाई गुरदास जी ने एक जगह ते जिक्र किया, जलती सब पृथ्वी दिस आई। शेख फरीद जी ने भी अपनी बाणी अंदर घर घर एहो अग दा जिक्र किया। महात्मा इस अग नूं शांत करन लई
ਮਨੁੱਖੀ ਸਰੀਰ ਲੈ ਕੇ ਇਸ ਸੰਸਾਰ ਵਿੱਚ ਆਉਂਦੇ ਹਨ ਅਤੇ ਆਪਣੇ ਅੰਮ੍ਰਿਤ ਰੂਪੀ ਬਚਨਾਂ ਨਾਲ ਇਸ ਪ੍ਰਿਥਵੀ ਉੱਪਰ ਜੀਵਾਂ ਨੂੰ ਸ਼ਾਂਤ ਕਰਦੇ ਹਨ। ਮੈਂ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ, ਸੰਤ ਰਾਮਾਨੰਦ ਜੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਮਦਾਸਪੁਰ ਵਿੱਚ 26 ਫਰਵਰੀ 1952 ਵਿੱਚ ਹੋਇਆ। ਦੁਆਬਾ ਕਾਲਜ ਜਲੰਧਰ ਤੋਂ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਡੇਰਾ ਸੱਚਖੰਡ ਬੱਲਾ ਵਿੱਚ ਸੰਤਾਂ ਦੀ ਸ਼ਰਨ ਲਈ ਅਤੇ ਲੱਖਾਂ ਹੀ ਜੀਵਾਂ ਨੂੰ ਨਾਮ ਭਗਤੀ ਵੱਲ ਪ੍ਰੇਰਿਤ ਕੀਤਾ। ਨਿਮਰਤਾ ਅਤੇ ਦਇਆ ਸੰਤਾਂ ਦੇ ਗੁਣ ਆਖੇ ਜਾ ਸਕਦੇ ਹਨ। ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਾਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਸੰਤ ਰਾਮਾਨੰਦ ਜੀ ਨੂੰ ਬਹੁਤ ਨੇੜੇ ਤੋਂ ਹੋ ਕੇ ਸੁਭਾਗ ਪ੍ਰਾਪਤ ਹੋਵੇਗਾ। ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ ਕਿ ਅੱਜ ਦੇ ਇਸ ਵਾਰਤਾਲਾਪ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਜਿਸ ਤਰ੍ਹਾਂ ਆਪਾਂ ਸੰਤਾਂ ਪਾਸੋਂ ਸ਼ਬਦ ਸਰਵਣ ਕੀਤਾ, ਜਿਸ ਤਰ੍ਹਾਂ ਆਪਾਂ ਸੰਤ ਰਾਮਾਨੰਦ ਜੀ ਪਾਸੋਂ ਸ਼ਬਦ ਸਰਵਣ ਕੀਤਾ, ਕਦੇ ਬੇੜੀਆਂ ਪਾਪ ਦੀਆਂ ਨਹੀਂ ਭਵ ਸਾਗਰ ਵਿੱਚ ਤਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਭਾਈ ਸਾਹਿਬ ਜੀ, ਇਹ ਪਾਪ ਦੀਆਂ ਬੇੜੀਆਂ ਕੀ ਹਨ ਜਿਨ੍ਹਾਂ ਵਿੱਚ ਸਵਾਰ ਹੋਣ ਨਾਲ ਇਹ ਇਨਸਾਨ ਇਸ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਇਸ ਭਵ ਸਾਗਰ ਦਾ ਜ਼ਿਕਰ ਹਰੇਕ ਮਹਾਤਮਾ ਨੇ ਆਪਣੀ ਬਾਣੀ ਅੰਦਰ ਕੀਤਾ। ਇਹ ਭਵ ਸਾਗਰ ਕੀ ਹੈ? ਸੰਤ ਰਾਮਾਨੰਦ ਜੀ ਦੇ ਦੱਸਣ ਅਨੁਸਾਰ ਧਰਮ ਦੀਆਂ ਵੇਲਾਂ ਉਸ ਦਰਗਾਹ ਵਿੱਚ ਭਾਵ ਪਰਮਾਤਮਾ ਦੇ ਘਰ ਵਿੱਚ ਸਦਾ ਹੀ ਹਰੀਆਂ ਹਨ। ਆਪ ਇਸ ਭਵ ਸਾਗਰ ਬਾਰੇ ਅਤੇ ਕਿਹੜੇ ਧਰਮ ਦੀ ਵੇਲ ਉਸ ਮਾਲਕ ਦੀ ਦਰਗਾਹ ਵਿੱਚ ਸਦਾ ਹੀ ਹਰੀ ਰਹਿੰਦੀ ਹੈ, ਆਪ ਇਸ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਕਿ ਆਪਾਂ ਹੁਣੇ ਸ਼ਬਦ ਵਿੱਚ ਸੁਣਿਆ, ਕਦੇ ਬੇੜੀਆਂ ਪਾਪ ਦੀਆਂ ਨਹੀਂ ਭਵ ਸਾਗਰ ਵਿੱਚ ਤਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਜਿਹੜਾ ਉਹ ਦੇ ਗਏ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਜਾਂ ਵਾਰਤਾਲਾਪ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਸੰਤ ਰਾਮਾਨੰਦ ਜੀ ਦੀ ਜ਼ਿੰਦਗੀ ਦੇ ਨਾਲ ਜਿਹੜਾ ਉਹ ਸੰਬੰਧਿਤ ਆਖਿਆ ਜਾ ਸਕਦਾ। ਸੰਤ ਮਹਾਤਮਾ ਇਸ ਦੁਨੀਆ ਦੇ ਅੰਦਰ ਸਦਾ ਹੀ ਆਉਂਦੇ ਰਹੇ ਅਤੇ ਇਹ ਨਹੀਂ ਕਿ ਵੀ ਉਹਨਾਂ ਤੋਂ ਬਾਅਦ ਜਿਹੜਾ ਕੋਈ ਸੰਤ ਮਹਾਤਮਾ ਨਹੀਂ ਆਵੇਗਾ। ਖਾਸ ਕਰਕੇ ਬਾਣੀ ਦੇ ਅਨੁਸਾਰ ਜੇਕਰ ਆਪਾਂ ਵਿਚਾਰ ਕਰਕੇ ਦੇਖੀਏ ਤੇ ਜਿਸ ਤਰ੍ਹਾਂ ਭੈਣ ਜੀ ਸ਼ੁਰੂ ਦੇ ਵਿੱਚ ਇੱਕ ਥੋੜਾ ਜਿਹਾ ਇਸ਼ਾਰਾ ਦੇ ਗਏ ਗੁਰਬਾਣੀ ਦੀ ਕੜੀ ਦੇ ਵਿੱਚੋਂ ਕਿ ਵੀ ਜੇਕਰ ਪੂਰਨ ਸੰਤ ਸਤਿਗੁਰੂ ਕਹਿ ਲਓ, ਮਾਲਕ ਦੇ ਪਿਆਰੇ ਕਹਿ ਲਓ, ਜਾਂ ਉਹਨਾਂ ਨੂੰ ਆਪਾਂ ਕਿਸੇ ਹੋਰ ਲਫ਼ਜ਼ ਦੇ ਨਾਲ ਜਿਹੜਾ ਉਹ ਯਾਦ ਕਰ ਸਕਦੇ ਇਸ ਦੁਨੀਆ ਵਿੱਚ ਨਹੀਂ ਹਨ, ਤੇ ਫਿਰ ਇਹ ਸਾਰੀ ਪ੍ਰਿਥਵੀ ਜਿਹੜੀ ਆਪਾਂ ਆਖ ਸਕਦੇ ਕਿ ਵੀ ਫਿਰ ਸੜ ਕੇ ਸਵਾਹ ਹੋ ਜਾਏਗੀ। ਕਿਉਂ? ਇਸ ਕਰਕੇ ਕਿ ਉਹ ਵਿਧਾਨ ਕਹਿ ਲਓ, ਕਾਨੂੰਨ ਕਹਿ ਲਓ, ਉਸ ਮਾਲਕ ਨੇ ਜਿਹੜਾ ਉਹ ਆਪ ਬਣਾਇਆ। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਇੱਕ ਦੋ ਪ੍ਰਮਾਣ ਲਵਾਂਗੇ ਕਿ ਸੰਤ ਮਹਾਤਮਾ ਦੀ ਸ਼ਰਨ ਜਿਹੜੀ ਜਾਂ ਉਹਨਾਂ ਦਾ ਸੰਪਰਕ ਕਹਿ ਲਓ, ਉਹਨਾਂ ਦੀ ਸੰਗਤ ਕਹਿ ਲਓ, ਉਸ ਦੇ ਵਿੱਚ ਆਉਣਾ ਜਿਹੜਾ ਉਹ ਕਿਉਂ ਜ਼ਰੂਰੀ?
सतगुरु कबीर साहब महाराज जी ने अपनी बाणी दे अंदर देखो जी एक जगह ते जिक्र किया कि ये जिहड़ा संसार आ काल भगवान दी इसनूं नगरी कहंदे, क्योंकि उस मालिक ने इस दुनिया दी सृष्टि करके ते इसका प्रबंध कह लो किस दे सपुर्द कर दिता, काल भगवान जिहड़ा उस दे सपुर्द कर दिता। काल भगवान जिसनों नैगेटिव पावर भी कहते, मुसलमान भरावां दे ग्रंथां दे अंदर शैतान ਅਤੇ जिस तरह ਆਪਾਂ कह लीए कि फरिश्ते की गल ਜਾਂ होर ਵੱਖਰੇ ਵੱਖਰੇ धार्मिक ग्रंथां दे अंदर ਇਹ ਜਿਹੜੀਆਂ ਦੋ ਤਾਕਤਾਂ ਇੱਕ ਦਿਆਲ ਆਖ ਸਕਦੇ ਆਪਾਂ, ਦੂਸਰੇ ਨੂੰ ਆਪਾਂ ਜਿਹੜਾ ਉਹ ਕਾਲ ਆਖ ਸਕਦੇ ਕਿ ਇਹ ਕਾਲ ਦੀ ਜਿਹੜੀ ਨਗਰੀ ਆ ਨਾ ਉਸਨੇ ਵਸਾਈ ਇਸ ਕਰਕੇ ਕਿ ਕੋਈ ਇਨਸਾਨ ਇਸ ਸੰਸਾਰ ਦੇ ਵਿੱਚੋਂ ਜਿਹੜਾ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਾ ਪਹੁੰਚ ਸਕੇ। ਤੇ ਸੰਤ ਮਹਾਤਮਾ ਦੀ ਦਇਆ ਦੇਖੋ, ਉਹ ਸਿਰਫ ਜੀਵਨ ਨੂੰ ਇਸ ਸੰਸਾਰ ਦੇ ਵਿੱਚੋਂ ਜਿਹੜਾ ਉਹ ਕੱਢਣ ਵਾਸਤੇ ਆਉਂਦੇ, ਬਿਨਾਂ ਕਿਸੇ ਸੰਤ ਸਤਿਗੁਰੂ ਦੀ ਸ਼ਰਨ ਲੈਣ ਤੋਂ ਆਪਾਂ ਕਹਿ ਲਈਏ, ਉਹਨਾਂ ਦੀ ਸੰਗਤ ਕਰਨ ਤੋਂ ਬਗੈਰ ਆਪਾਂ ਕਹਿ ਲਈਏ, ਇਹ ਇਨਸਾਨ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਦਾ। ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਉਹਨਾਂ ਨੇ ਇੱਕ ਜਗ੍ਹਾ ਤੇ ਕੀ ਜ਼ਿਕਰ ਕੀਤਾ ਜੀ, ਕਹਿੰਦੇ ਚਲਤੀ ਚੱਕੀ ਦੇਖ ਕੇ ਦਿਆ ਕਬੀਰਾ ਰੋਏ, ਦੋਏ ਪਾਟਨ ਕੇ बीच में ਸਾਬਤ ਬਚਾ ਨਾ ਕੋਈ। जिस तरह आप विचार कर रहे हैं, एक काल भगवान की नगरी कह लो, काल भगवान का देश कह लो, सतगुरु कबीर साहब महाराज जी के दसन के अनुसार कहते एहो जी चक्की चल रही। बाहरली उदाहरण दे के सतगुरु कबीर साहब महाराज जी ने साढ़े सामने वो नक्शा पेश किया कि जिस तरह आपां पता कि पिंडां दे विच जां आपां शहरां दी गल कर लईए कि दाने पिसाउण वास्ते जाने आ ना, ਤੇ ਫਿਰ ਉੱਥੇ ਇੱਕ ਚੱਕੀ ਹੁੰਦੀ ਤੇ ਕਦੇ ਖਿਆਲ ਆਪਾਂ ਕਰੀਏ ਧਿਆਨ ਦੇ ਨਾਲ ਦੇਖੀਏ ਤੇ ਉਹ ਜਿਹੜੀ ਚੱਕੀ ਚੱਲ ਰਹੀ ਆ ਨਾ ਉਸ ਦੇ ਜਿਹੜੇ ਆਪਾਂ ਕਹਿ ਲਈਏ ਪੁੜ ਕਹਿ ਲਈਏ ਜਾਂ ਉਹ ਵੀਲ ਕਹਿ ਲਈਏ ਜਿਹੜੇ ਚੱਲਦੇ ਆ ਉਸ ਦਾਣਿਆਂ ਨੂੰ ਆਟੇ ਦੀ ਸ਼ੇਪ ਦੇ ਵਿੱਚ ਬਦਲਣ ਦੇ ਲਈ ਬੜੀ ਤੇਜ਼ ਰਫ਼ਤਾਰ ਦੇ ਨਾਲ ਜਿਹੜੇ ਉਹ ਚੱਲਦੇ। सतगुरु कबीर साहब महाराज जी ने उथों वो चीज़ साडे सामने लैके आंदी कि काल भगवान ने एहो जी चक्की इस दुनिया दे विच चलाई कि भी जिस तरह वो दाने उस चक्की दे विच जिहड़े वो पीसे जांदे आ ना, ते इसे तरह ये जिहड़े जीव आ इस दुनिया दे अंदर कहंदे वो पीसे जा रहा है। की फरमाया सतगुरु कबीर साहब महाराज जी ने, कहंदे चलती चक्की देख के दिया कबीरा रोए, दोए पाटन के बीच में साबत बचा ना कोई। कहते असी अपनिया अखां नाल वेखिया दाने जिहड़े वो पीसे जा रहे, लेकिन कोई भी जिहड़े वो साबत नहीं बचणगे। लेकिन इस तो अगली कड़ी दे विच सतगुरु कबीर साहब महाराज जी ने की फरमाया, कहते आसे पासे जो फिरे निपट पिसावे गोए। कहते जिहड़े दाने उस चक्की दे विच वो जिहड़े व्हील चल रहे पुड़ जिसनों आपां कहने उस दे विच कहंदे आ गए, आसे पासे जो फिरे निपट पसावे गोए। कहंदे बच नहीं सकणगे कीला से लागे रहे तां को बिघन ना कोई। सतगुरु कबीर साहब महाराज जी दे दसन दे अनुसार थोड़े जे दाने आपां वेखदे आ कि उस दे विच एक कीली हुंदी, भाव एक व्हील जिहा हुंदा जिस दे दुआले वो जिहड़े पोड़िया ना जिहड़े व्हील आ वो चक्कर कट रहा है, लेकिन उस कीले दे नाल जिहड़े थोड़े जे दाने लगे रह जांदे आ ना, इन्नी तेज रफ्तार चक्की जिहड़ी आ उस दे विच वो पीछे नहीं जाणगी। ये आ एक बाहरली उदाहरण। लेकिन संत मत दे अनुसार आपां गल कर सकदे, सतगुरु कबीर साहब महाराज जी ने ये चीज़ क्यों लैके आंदी, इस करके लैके आंदी कि बई जिहड़े उस दे नाल लगे रह गए, जिहड़े उस दी शरण दे विच रहे, कहंदे इन्नी तेज रफ्तार दे नाल चलण वाली चक्की जिहड़ी है ना उस दे विच जिहड़े ओ पीछे नहीं जाणगे। इस तो पहलों दी आपां गल कर लैने इस दुनिया नूं, जिस तरह मैं बेनती कीती काल भगवान दी गल, भगवान वाल्मीकि जी ने अपनी बाणी दे अंदर इस चीज़ का हवाला दिता
ਕਿ ਕਾਲ ਨੇ ਇੱਕ ਇਹੋ ਜਿਹਾ ਜਾਲ ਵਿਛਾਇਆ ਜੀ। ਭਗਵਾਨ ਵਾਲਮੀਕ ਜੀ ਆਪਣੀ ਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਉਹਨਾਂ ਨੇ ਜ਼ਿਕਰ ਕੀਤਾ ਇਸ ਦੁਨੀਆ ਦੇ ਪ੍ਰਤੀ। ਕਹਿੰਦੇ ਜੀ ਜਿਸ ਤਰ੍ਹਾਂ ਸ਼ਿਕਾਰੀ ਆ ਨਾ ਤੇ ਫਿਰ ਉਹ ਕੀ ਕਰਦਾ, ਕਹਿੰਦੇ ਉਹ ਜਿਹੜੇ ਜਾਨਵਰ ਉਹਨਾਂ ਨੂੰ ਫੜਨ ਦੇ ਲਈ ਇੱਕ ਜਾਲ ਵਿਛਾਉਂਦਾ ਤੇ ਉਸ ਜਾਲ ਦੇ ਥੱਲੇ ਜਿਹੜੇ ਆ ਉਹ ਦਾਣੇ ਜਿਹੜੇ ਉਹ ਖਿਲਾਰ ਦਿੰਦਾ ਤੇ ਪੰਛੀ ਜਿਹੜੇ ਆ ਉਹ ਕਹਿੰਦੇ ਉਹ ਦਾਣੇ ਚੁਗਣ ਵਾਸਤੇ ਆਉਂਦੇ ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ, ਤੇ ਉਹ ਪੰਛੀ ਜਿਹੜੇ ਉਸ ਜਾਲ ਦੇ ਵਿੱਚ ਜਿਹੜਾ ਉਹ ਫਸ ਜਾਂਦੇ। ਗੁਰੂ ਘਰ ਨੇ ਆਪਣੀ ਭਗਵਾਨ ਵਾਲਮੀਕ ਜੀ ਨੇ ਉਸ ਜਾਲ ਦੀ ਗੱਲ ਕੀਤੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਸ ਚੱਕੀ ਦੀ ਗੱਲ ਕੀਤੀ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਕੀ ਫਰਮਾਇਆ, ਬਾਬਾ ਜਗ ਫਾਥਾ ਮਹਾਜਾਲ, ਵੱਖਰੇ ਵੱਖਰੇ ਪ੍ਰਮਾਣ ਲੈਣ ਤੋਂ ਭਾਵ ਜਿਸ ਤਰ੍ਹਾਂ ਸੰਤ ਰਾਮਾਨੰਦ ਜੀ ਨੇ ਆਪਣੀ ਬਾਣੀ ਦੇ ਅੰਦਰ ਆਪਣੇ ਸ਼ਬਦ ਦੇ ਅੰਦਰ ਕਹਿ ਲਈਏ ਜ਼ਿਕਰ ਕੀਤਾ, ਆਪਾਂ ਉਸ ਚੀਜ਼ ਦੇ ਉੱਪਰ ਵਿਚਾਰ ਕਰਾਂਗੇ। ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇਸੇ ਚੀਜ਼ ਦਾ ਹਵਾਲਾ ਜਿਹੜਾ ਉਹ ਸਾਡੇ ਸਾਹਮਣੇ ਰੱਖਿਆ ਜੀ। ਇੱਕ ਦਰਖਤ ਦੀ ਉਦਾਹਰਨ ਦੇ ਕੇ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ, ਕਹਿੰਦੇ ਜਿਸ ਤਰ੍ਹਾਂ ਇੱਕ ਕਾਠ ਕਹਿੰਦੇ ਲੱਕੜ ਆ ਨਾ, ਤੇ ਫਿਰ ਕਹਿੰਦੇ ਉਹ ਪਾਣੀ ਜਦੋਂ ਆਪਾਂ ਉਸ ਨੂੰ ਦਿੰਨੇ ਆ ਨਾ ਤੇ ਫਿਰ ਉਹ ਲੱਕੜ ਜਿਹੜੀ ਆ ਭਾਵ ਇੱਕ ਪਲਾਂਟ ਕਹਿ ਲਓ, ਦਰਖਤ ਕਹਿ ਲਓ, ਉਹ ਵੱਧ ਜਾਂਦਾ। ਇਹੋ ਜੀ ਅਵਸਥਾ ਦੇ ਵਿੱਚ ਉਸ ਦਰਖਤ ਨੂੰ ਜਦੋਂ ਆਪਾਂ ਕੱਟ ਦਿੰਨੇ ਆ ਨਾ ਤੇ ਉਸ ਦਰਿਆ ਜਾਂ ਨਦੀ ਦੇ ਵਿੱਚ ਕਿਤੇ ਆਪਾਂ ਉਸ ਦਰਖਤ ਨੂੰ ਸੁੱਟ ਦਈਏ ਤੇ ਫਿਰ ਉਹ ਦਰਖਤ ਜਿਹੜਾ ਉਸ ਨਦੀ ਦੇ ਵਿੱਚ ਜਿਹੜਾ ਉਹ ਡੁੱਬੇਗਾ ਨਹੀਂ। ਸਵਾਲ ਪੈਦਾ ਹੁੰਦਾ ਕਿਉਂ ਨਹੀਂ ਡੁੱਬੇਗਾ? ਭਾਈ ਗੁਰਦਾਸ ਜੀ ਨੇ ਕੀ ਲਿਖਿਆ, ਕਹਿੰਦੇ ਪਾਣੀ ਕਾਠ ਨਾ ਡੁੱਬਈ ਪਾਲੇ ਕੀ ਲੱਜਾ। ਕਹਿੰਦੇ ਇਸ ਕਰਕੇ ਨਹੀਂ ਡੁੱਬੇਗਾ ਕਿ ਉਹ ਕਹਿੰਦੇ ਜੀ ਪਾਣੀ ਜਿਹੜਾ ਨਾ, ਕਿਉਂਕਿ ਉਸਨੇ ਉਸ ਦਰਖਤ ਨੂੰ ਸਿੰਜਿਆ, ਉਸ ਦਰਖਤ ਨੂੰ ਪਾਲਿਆ ਤੇ ਇਸ ਕਰਕੇ ਫਿਰ ਪਾਣੀ ਜਿਹੜਾ ਉਹ ਆਪਣੀ ਲਾਜ ਜਿਹੜੀ ਉਹ ਰੱਖੇਗਾ। ਦੱਸਣ ਤੋਂ ਕੀ ਭਾਵ, ਇਸੇ ਤਰੀਕੇ ਦੇ ਨਾਲ ਜਿਹੜੇ ਸੰਤ ਸਤਿਗੁਰੂ ਕਹਿ ਲਓ, ਮਾਲਕ ਦੇ ਪਿਆਰੇ ਕਹਿ ਲਓ, ਜਿਹੜੇ ਇਨਸਾਨ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ, ਫਿਰ ਕਹਿੰਦੇ ਬਈ ਕਾਲ ਜਿਹੜਾ ਉਹਨਾਂ ਦੇ ਉੱਪਰ ਹਾਵੀ ਕਹਿ ਲਓ, ਭਾਰੂ ਕਹਿ ਲਓ, ਉਹ ਨਹੀਂ ਹੋ ਸਕਦਾ। ਇੱਕ ਦੋ ਪ੍ਰਮਾਣ ਆਪਾਂ ਇਸੇ ਚੀਜ਼ ਦੇ ਬਾਰੇ ਲਵਾਂਗੇ, ਕਿਉਂਕਿ ਕਈ ਵਾਰੀ ਦੇਖੋ ਜੀ ਆਪਾਂ ਨੂੰ ਇਹੋ ਜਿਹੇ ਇਨਸਾਨ ਜਿਹੜੇ ਉਹ ਮਿਲ ਜਾਂਦੇ, ਕਹਿੰਦੇ ਜੀ ਕਿ ਵੀ ਗੁਰੂ ਸਾਹਿਬਾਨ ਕਹਿ ਗਏ ਕਿ ਵੀ ਉਹਨਾਂ ਤੋਂ ਬਾਅਦ ਜਿਹੜੇ ਕੋਈ ਸੰਤ ਨਹੀਂ ਹੋਵੇਗਾ, ਪਾਪ ਦੇਹਧਾਰੀ ਜਿਹੜੇ ਮਹਾਤਮਾ ਉਹ ਨਹੀਂ ਹੋਣਗੇ। ਤੇ ਕਰੋੜ ਵਾਰ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਆ, ਤੇ ਕਰੋੜ ਵਾਰ ਨਮਸਕਾਰ ਇਸ ਕਰਕੇ ਵੀ ਆ ਕਿ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਉਹਨਾਂ ਨੂੰ ਆਪਾਂ ਗੁਰੂ ਮੰਨ ਲਈਏ ਤੇ ਫਿਰ ਜੇਕਰ ਗੁਰੂ ਨੂੰ ਆਪਾਂ ਗੁਰੂ ਦੀ ਗੱਲ ਨਹੀਂ ਮੰਨੀ ਨਾ ਤੇ ਫਿਰ ਇਹਦਾ ਮਤਲਬ ਅਸੀਂ ਅਜੇ ਉਸ ਅਵਸਥਾ ਨੂੰ ਪ੍ਰਾਪਤ ਜਿਹੜਾ ਉਹ ਨਹੀਂ ਕਰ ਸਕੇ। ਮੈਂ ਬੇਨਤੀ ਕਰਾਂ, ਸੰਤਾਂ ਦੇ ਸੰਬੰਧ ਦੇ ਵਿੱਚ ਸੰਤਾਂ ਦੀ ਗੱਲ ਕਰਦੇ ਹੋਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ। ਆਪਾਂ ਥੋੜਾ ਜਿਹਾ ਇਸ ਤੋਂ ਪਿੱਛੇ ਚਲੇ ਜਾਈਏ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ 9ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆ ਨਾ, ਇਹ ਆਪ ਐਡ ਕੀਤੀ। ਜੇਕਰ ਉਹ ਚਾਹੁੰਦੇ ਤੇ ਉਹ ਇਹ 'ਚ ਤਬਦੀਲੀ ਕਰ ਸਕਦੇ ਸਨ। ਕੁੱਲ ਮਾਲਕ ਅਕਾਲ ਪੁਰਖ ਦਾ ਜਿਹੜਾ ਉਹ ਸਾਕਾਰ ਰੂਪ ਸਨ। ਉਹਨਾਂ ਨੇ ਉਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਐਡ ਕੀਤੀ ਤੇ ਆ ਜਿਹੜੇ 52 ਸ਼ਲੋਕ ਤੇ 5 ਸਵਈਏ ਜਿਨ੍ਹਾਂ ਨੂੰ ਆਪਾਂ ਕਹਿੰਦੇ 57 ਬਣਦੇ ਤੇ ਭੋਗ ਦੇ ਸਮੇਂ ਜਿਹੜੇ ਉਹ ਪੜ੍ਹੇ ਜਾਂਦੇ ਆ ਨਾ, ਤੇ ਇਹ 56 ਜਿਹੜਾ ਸਵਈਆ ਕਹਿ ਲਓ ਜਾਂ ਆਪਾਂ ਇਸ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਕਹਿ ਸਕਦੇ ਹੈਗੇ। ਉਹਨਾਂ ਨੇ ਉਸ ਚੀਜ਼ ਦੇ ਵਿੱਚ ਜਿਹੜਾ ਉਹ ਵਰਣਨ ਕੀਤਾ। ਕੀ ਫਰਮਾਇਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ, ਕਹਿੰਦੇ ਨਾਮ ਰਹੋ ਸਾਧੂ ਰਹੋ। ਹੁਣ ਜਿਹੜਾ ਸਾਧੂ ਲਫ਼ਜ਼ ਆ ਇਹ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਵਰਤਿਆ। ਸਾਧੂ ਕਿਸੇ ਆਪਾਂ ਧਾਰਮਿਕ ਗ੍ਰੰਥ ਨੂੰ ਨਹੀਂ ਕਹਿ ਸਕਦੇ, ਇਸ ਵਿੱਚ ਕੋਈ ਜਿਹੜੀ ਉਹ ਸ਼ੱਕ ਵਾਲੀ ਗੱਲ ਨਹੀਂ। ਇਨਸਾਨ ਹੋਵੇਗਾ, ਇਨਸਾਨੀ ਜਾਮੇ ਵਿੱਚ ਹੋਵੇਗਾ, ਸਾਡੇ ਵਰਗਾ ਸਰੀਰ ਲੈ ਕੇ ਇਸ ਦੁਨੀਆ ਦੇ ਵਿੱਚ ਆਵੇਗਾ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ, ਕਹਿੰਦੇ ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ। ਕਹਿੰਦੇ ਉਹ ਨਾਮ ਭਾਵ ਉਹ ਸੱਚ ਜਿਹੜਾ
क्योंकि वो साधु जिहड़ा वो सच दे विचों आया, भाव वो सच दा हिस्सा। इस करके ये जिहड़ा नाम रिहो साधु रिहो रिहो गुर गोबिंद, जिहड़ा गुरु है ना, गोबिंद लफ्ज इत्थे उस कुल मालक अकाल पुरख वास्ते कहंदे ये तीन चीज़ां, कहंदे नाम साधु ते गुरु जिहड़ा वो कहंदे इस दुनिया दे विच हमेशा आवेगा, हमेशा होवेगा। नौवें पातशाह श्री गुरु गोबिंद सिंह महाराज जी दे दसन अनुसार नाम रिहो साधु रिहो रिहो गुर गोबिंद। अगे चल के उन्होंने की फरमाया, कहंदे कहो नानक यह जगत में किन जपिओ गुरमंत। कहंदे इस जगत दे विच गुरमंत, गुरु दा मंत्र जिहड़ा, गुरु दा शब्द जिहड़ा जपन लिखिया उन्होंने, कहंदे उसनूं जपाउण वाला कहंदे कौन होवेगा। कहंदे जी फिर उसनूं आपां संत कह लईए, साध कह लईए, गुरु कह लईए, जां किसी होर लफ्ज दे नाल आपां उसनूं याद कर सकते हैं। इस करके आपां की विचार कर रहे हैं कि भी हरेक महात्मा ने अपनी बाणी दे अंदर संत दी गल कीती, साधु दी गल कीती, उसकी महिमा जिहड़ी उसकी गल कीती। जेकर ये साधु लफ्ज जिहड़ा एक शब्द हुंदा आपां कह लईए, जां किसी होर लफ्ज नाल आपां इसनूं कह सकदे सीगे, मिल सकदा हुंदा, ते आपां नूं पता जी कि मीराबाई जिहड़ी मेवाड़ दी राणी सी, जिसनूं आपां प्रिंसस आख सकते हैं, एजुकेशन दे पक्ष तो उन्हां दे पास कोई घाट नहीं, पैसे दे पक्ष तो उन्हां दे पास कोई घाट नहीं, लेकिन उन्होंने सतगुरु रविदास जी की शरण लई। ते जिस नाम की नौवें पातशाह महाराज जी गल कर रहे हैं ना, नाम रिहो साधु रिहो, इस करके उन्होंने सतगुरु रविदास जी की शरण लई ते अपनी बाणी दे अंदर की लिखिया जी, कहंदे पायो जी मैं राम रतन तन पायो। कहंदे मैं प्राप्त किया, उसनूं पाया, किथों पाया। कहंदे वस्तु अमोलक दी मेरे सतगुर किरपा कर अपनायो। कहंदे किथों मिलिया। कहंदे संत दे पासों मिलिया, सतगुरु दे पासों मिलिया। उस कुल मालक दा जिहड़ा साकार रूप सतगुरु रविदास जी कहंदे तो ही मोही मोही तो ही अंतर कैसा, कहंदे जी उस दे पासों मिलिया। एक एग्जाम्पल आपां होर लवांगे, जिस तरह पीपा जी की आपां गल करते हैं, उन्होंने भी सतगुरु रविदास जी की शरण लई। क्यों लई? इस करके लई कि उस मालिक दे विधान दे अनुसार, उस मालिक दे कानून दे अनुसार कोई भी इंसान जिहड़ा बिना किसी संत सतगुरु नूं धारण करन तो बगैर उस मालिक दे नाल जिहड़ा वो मिलाप नहीं कर सकता। सतगुरु रविदास जी ने एक जगह ते होर लिखिया, कहंदे को बंजारो राम को, क्योंकि वो वंज करन वास्ते आउंदे। सतगुरु रविदास जी ने फरमाया, कहंदे जी को बंजारो राम को, मेरा टांडा लाद आ जाए रे, हों बंजारो राम को सहज करो व्यापार, मैं राम नाम तन लाद्या ते बिख लादी संसार। कहंदे दुनिया दे लोग जिहड़े ਉਹ ਬਈ ਉਹ ਨਾਮ ਲੈਣ ਵਾਸਤੇ ਤਿਆਰ ਨੇ। ਕਿਉਂ ਤਿਆਰ ਨਹੀਂ? ਕਿਉਂਕਿ ਬਈ ਕਹਿੰਦੇ ਉਹਨਾਂ ਨੇ ਜ਼ਹਿਰ ਲੱਦੀ ਹੋਈ ਤੇ ਆਪਾਂ ਨੂੰ ਪਤਾ ਫਿਰ ਨਾਮ ਦਾ ਸੌਦਾ ਕਰਨ ਦੇ ਲਈ ਆ ਦੁਨੀਆ ਦੀ ਵੀ ਕੋਈ ਚੀਜ਼ ਖਰੀਦਣੀ ਹੋਵੇ ਨਾ, ਆਪਾਂ ਮਾਰਕੀਟ ਜਾਂਦੇ ਤੇ ਫਿਰ ਕਰੰਸੀ ਜਾਂ ਫਿਰ ਅੱਜ ਕੱਲ੍ਹ ਕਾਰਡ ਜਿਹੜੇ ਉਹਨਾਂ ਨੂੰ ਆਪਾਂ ਦਿੰਦੇ ਤੇ ਆਪਣੇ ਅਕਾਊਂਟ 'ਚੋਂ ਉਹ ਪੈਸੇ ਕੱਢ ਲੈਂਦੇ। ਸਤਿਗੁਰੂ ਰਵਿਦਾਸ ਜੀ ਕਹਿੰਦੇ ਮੈਂ ਦੇਣ ਵਾਸਤੇ ਤਿਆਰ ਹਾਂ, ਲੇਕਿਨ ਦੁਨੀਆ ਨੇ ਆਪਣੇ ਕੋਲ ਕਹਿੰਦੇ ਜ਼ਹਿਰ ਲੱਦੀ ਹੋਈ ਤੇ ਫਿਰ ਕਹਿੰਦੇ ਜ਼ਹਿਰ ਦੇ ਮੁਕਾਬਲੇ ਦੇ ਵਿੱਚ ਆਪਾਂ ਉਹ ਵਸਤੂ ਜਿਹੜੀ ਹੈ ਨਾ ਉਸ ਨੂੰ ਨਹੀਂ ਖਰੀਦ ਸਕਦੇ। ਮੈਂ ਬੇਨਤੀ ਕਰ ਰਿਹਾ ਸੀ ਪੀਪਾ ਜੀ ਦੀ ਗੱਲ, ਸਤਿਗੁਰੂ ਰਵਿਦਾਸ ਜੀ ਦੀ ਸ਼ਰਨ ਲਈ ਤੇ ਬਾਣੀ ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਜੀ, ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਲਫ਼ਜ਼ ਵਰਤਿਆ ਪੀਪਾ ਜੀ ਨੇ, ਰਾਜੇ ਸਨ, ਸਭ ਕੁਝ ਪ੍ਰਾਪਤ ਕਰ ਸਕਦੇ ਸਨ। ਸਤਿਗੁਰੂ ਰਵਿਦਾਸ ਜੀ ਦੀ ਸ਼ਰਨ ਲਈ ਨਾਮ ਦਾ ਭੇਦ ਮਿਲਿਆ, ਕਮਾਈ ਕੀਤੀ ਤੇ ਆਹ ਚੀਜ਼ ਸਾਡੇ ਵਾਸਤੇ ਲਿਖੇ ਦੇ ਗਏ। ਕਹਿੰਦੇ ਉਹ ਰੱਬ ਨੂੰ ਬਾਹਰੋਂ ਲੱਭਦੇ ਹੋ। ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਅਗਲੀ ਅੱਧੀ ਕੜੀ ਵਿੱਚ ਕੀ ਲਿਖਿਆ ਜੀ ਉਹਨਾਂ ਨੇ?
ਕਹਿੰਦੇ ਪੀਪਾ ਪਰਣਵੇ ਪਰਮ ਤਤ ਹੈ। ਪਰਣਵੇ ਤੋਂ ਭਾਵ ਬੇਨਤੀ ਕਰਨੀ। ਪੀਪਾ ਜੀ ਕਹਿੰਦੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ। ਕਹਿੰਦੇ ਸਤਿਗੁਰ ਹੋਏ ਲਿਖਾਵੇ, ਪੜਾਵੇ ਨਹੀਂ ਲਿਖਿਆ। ਕਹਿੰਦੇ ਸਤਿਗੁਰੂ ਤੋਂ ਬਗੈਰ ਉਸ ਨੂੰ ਲਿਖਿਆ ਨਹੀਂ ਜਾ ਸਕਦਾ। ਕਹਿੰਦੇ ਵੀ ਉਸ ਨੂੰ ਪ੍ਰਾਪਤ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਸ ਤਰ੍ਹਾਂ ਭੈਣ ਜੀ ਸ਼ੁਰੂ ਵਿੱਚ ਜਿਹੜਾ ਇਸ਼ਾਰਾ ਦੇ ਗਏ ਕਿ ਵੀ ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ। ਇੱਕ ਉਦਾਹਰਨ ਜਿਹੜੀ ਉਹ ਆਪਾਂ ਹੋਰ ਲਵਾਂਗੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ, ਹਰ ਯੁੱਗ, ਕੋਈ ਸ਼ੱਕ ਵਾਲੀ ਗੱਲ ਨਹੀਂ ਬਾਣੀ ਦੇ ਅੰਦਰ। ਕੀ ਲਿਖਿਆ? ਕਹਿੰਦੇ ਹਰ ਯੁੱਗ ਭਾਵ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹ ਯੁੱਗ ਮਹਾਤਮਾ ਦੇ ਦੱਸਣ ਦੇ ਅਨੁਸਾਰ ਇੱਕ ਯੁੱਗ ਜਿਹੜਾ ਉਹ ਦੂਸਰੇ ਯੁੱਗ ਦੇ ਪਿੱਛੇ ਜਿਹੜਾ ਉਹ ਚੱਕਰ ਲਗਾ ਰਿਹਾ। ਲੇਕਿਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਹਰ ਯੁੱਗ, ਕਹਿੰਦੇ ਹਰੇਕ ਯੁੱਗ ਦੇ ਵਿੱਚ ਪੂਰਨ ਸੰਤ ਸਤਿਗੁਰੂ ਕਹਿ ਲਓ ਜਾਂ ਸੰਤ ਕਹਿ ਲਓ, ਕਹਿੰਦੇ ਉਹ ਆਉਂਦੇ ਰਹੇ ਅਤੇ ਆਉਂਦੇ ਰਹਿਣਗੇ। ਹਰ ਯੁੱਗ, ਜੁਗੋ ਜੁਗ, ਜੁਗ ਜੁਗੋ ਸਦ ਪੀੜੀ ਗੁਰ ਚਲੰਦੀ। ਅਗਲੀ ਕੜੀ 'ਚ ਕੀ ਫਰਮਾਇਆ? ਕਹਿੰਦੇ ਜੁਗ ਜੁਗ ਪੀੜੀ ਚਲੇ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਕਹਿੰਦੇ ਵੀ ਫਿਰ ਕਹਿੰਦੇ ਗੁਰਮੁਖਾਂ ਤੋਂ ਬਗੈਰ ਉਸ ਨੂੰ ਧਿਆਇਆ ਨਹੀਂ ਜਾ ਸਕਦਾ, ਉਸ ਨੂੰ ਆਰਾਧਿਆ ਨਹੀਂ ਜਾ ਸਕਦਾ, ਉਸ ਨੂੰ ਚੇਤਿਆ ਜਿਹੜਾ ਉਹ ਨਹੀਂ ਜਾ ਸਕਦਾ। ਇਸ ਕਰਕੇ ਅੱਜ ਦੇ ਸ਼ਬਦ ਦੇ ਅਨੁਸਾਰ ਆਪਾਂ ਗੱਲ ਕਰ ਲਈਏ। ਬਾਣੀ ਅੰਦਰ ਕੀ ਫਰਮਾਇਆ? ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਜਿਸ ਤਰ੍ਹਾਂ ਭੈਣ ਜੀ ਨੇ ਗੁਰਬਾਣੀ ਦੀ ਇੱਕ ਕੜੀ ਦਾ ਵਰਣਨ ਕੀਤਾ, ਬਿਲਕੁਲ ਉਹ ਚੀਜ਼ ਜਿਹੜੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਜ਼ਿਕਰ ਕਰ ਰਹੇ। ਕਹਿੰਦੇ ਜਹ ਜਗ ਕੋਠੀ ਕਾਠ ਕੀ, ਕਾਠ ਕਹਿੰਦੇ ਲੱਕੜ ਨੂੰ, ਜਹ ਜਗ ਭਾਵ ਇਹ ਸੰਸਾਰ ਇੱਕ ਲੱਕੜ ਦਾ ਮਕਾਨ ਕਹਿ ਲਓ, ਲੱਕੜ ਦੀ ਕੋਠੀ ਕਹਿ ਲਓ। ਜਹ ਜਗ ਕੋਠੀ ਕਾਠ ਕੀ, ਚਹੁ ਦਿਸ ਲਾਗੀ ਆਗ, ਭੀਤਰ ਰਹੇ ਸੋ ਜਰਮੁ ਏ, ਸਾਧੂ ਉਬਰੇ ਭਾਗ। ਕਿਉਂਕਿ ਕਹਿੰਦੇ ਸਾਧੂ ਜਿਹੜਾ ਉਹ ਆਪਾਂ ਨੂੰ ਦੱਸੇਗਾ ਕਿ ਇਸ ਕਾਠ ਦੀ ਕੋਠੀ ਦੇ ਵਿੱਚੋਂ ਜਿਹੜਾ ਉਹ ਇਹ ਇਨਸਾਨ ਜਿਹੜਾ ਕਿਸ ਤਰੀਕੇ ਨਾਲ ਜਿਹੜਾ ਉਹ ਪਾਰ ਹੋ ਸਕਦਾ। ਇਸ ਕਰਕੇ ਸੰਤ ਰਾਮਾਨੰਦ ਜੀ ਨੇ ਪਹਿਲੀਆਂ ਕੜੀਆਂ ਦੇ ਵਿੱਚ ਆਪਾਂ ਨੂੰ ਕੀ ਫਰਮਾਇਆ? ਕਹਿੰਦੇ ਕਦੇ ਬੇੜੀਆਂ ਪਾਪ ਦੀਆਂ ਨਹੀਂ ਭਵ ਸਾਗਰ ਵਿੱਚ ਤਰੀਆਂ। ਕਹਿੰਦੇ ਇਹ ਡਰੈਡਫੁਲ ਸੀਨ ਕਹਿ ਲਓ, ਡਰੈਡਫੁਲ ਸਮੁੰਦਰ ਕਹਿ ਲਓ, ਜਿਸ ਨੂੰ ਹਰੇਕ ਮਹਾਤਮਾ ਨੇ ਆਪਣੀ ਆਪਣੀ ਬਾਣੀ ਦੇ ਅਨੁਸਾਰ ਵਰਣਨ ਕੀਤਾ। ਕਹਿੰਦੇ ਪਾਪ ਦੀ ਬੇੜੀ ਜਿਹੜੀ ਹੈ ਨਾ, ਇਸ ਭਵ ਸਾਗਰ ਦੇ ਵਿੱਚ ਉਹ ਭਰਾਵੋ ਨਹੀਂ ਤਰ ਸਕਦੀ। ਕਦੇ ਬੇੜੀਆਂ ਪਾਪ ਦੀਆਂ ਨਹੀਂ ਭਵ ਸਾਗਰ ਵਿੱਚ ਤਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਪਾਪ ਦੀ ਬੇੜੀ ਜਿਹੜੀ ਉਸ ਭਵ ਸਾਗਰ ਜਿਹੜਾ ਡਰੈਡਫੁਲ ਸੀ, ਜਿਹੜਾ ਸਮੁੰਦਰ ਜਿਹੜਾ ਕਿਉਂ ਨਹੀਂ ਤਰ ਸਕਦੀ? ਸਵਾਲ ਪੈਦਾ ਹੁੰਦਾ। ਕੋਈ ਇਨਸਾਨ ਆਪਾਂ ਨੂੰ ਆਖੇਗਾ ਕਿ ਸੰਤ ਰਾਮਾਨੰਦ ਜੀ ਦੀ ਇਸ ਗੱਲ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ, ਲੇਕਿਨ ਉਹ ਆਪਾਂ ਨੂੰ ਕੁਐਸਚਨ ਕਰੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਸੰਤ ਰਾਮਾਨੰਦ ਜੀ ਦੇ ਇਸ ਕੜੀ ਦੇ ਸੰਬੰਧ ਦੇ ਵਿੱਚ ਇੱਕ ਕੜੀ ਲਿਖੀ ਆ ਜੀ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ? ਜਿਸ ਤਰ੍ਹਾਂ ਉਹਨਾਂ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਕਿ ਬਈ ਇਹ ਸੰਸਾਰ ਦੀ ਯਾਤਰਾ ਕਹਿ ਲਓ, ਇੱਕ ਨੂੰ ਆਪਾਂ ਜਿਹੜੀ ਉਹ ਨਿਰੰਕਾਰ ਦੀ ਯਾਤਰਾ ਆਖ ਸਕਦੇ ਹਾਂ। ਸੰਸਾਰ ਦੀ ਯਾਤਰਾ ਜਿਹੜੀ ਇਸ ਇਨਸਾਨ ਦੇ ਸਰੀਰ ਦੇ ਨਾਲ ਜਿਹੜਾ ਉਸ ਦਾ ਸਫ਼ਰ ਤੈਅ ਹੋਵੇਗਾ, ਲੇਕਿਨ ਨਿਰੰਕਾਰ ਦੀ ਯਾਤਰਾ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਕੀ ਫਰਮਾਇਆ ਇੱਕ ਜਗ੍ਹਾ ਤੇ? ਕਹਿੰਦੇ ਕਬੀਰ ਬੇੜਾ ਜਰਜਰਾ। ਜਰਜਰਾ ਜਿਸ ਤਰ੍ਹਾਂ ਲੱਕੜ ਜਿਹੜੀ ਆ ਨਾ ਜ਼ਿਆਦਾ ਸਮਾਂ ਪਾਣੀ ਵਿੱਚ ਰਹਿ ਜਾਏ ਤੇ ਹੁੰਦਾ ਕੀ ਆ ਜੀ ਕਿ ਉਹ ਫਿਰ ਜਿਹੜੀ ਜਿਸ ਨੂੰ ਜਰਜਰੀ ਕਹਿੰਦੇ ਕਿ ਭਾਵ ਉਹ ਥੋੜੀ ਜੀ ਉਸ ਦੀ ਤਾਕਤ ਜਿਹੜੀ ਉਹ ਘਟ ਜਾਏਗੀ, ਭਾਵ ਕਿ ਉਹ ਜ਼ਿਆਦਾ ਸਮਾਂ ਜਿਹੜੀ ਉਹ ਰਹਿ ਨਹੀਂ ਸਕਦੀ, ਜਿਸ ਤਰ੍ਹਾਂ ਲੱਕੜ ਜਿਹੜੀ ਉਹ ਪੁਰਾਣੀ ਹੋ ਜਾਂਦੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਸ ਚੀਜ਼ ਦੀ ਸਾਡੇ ਸਾਹਮਣੇ ਉਸ ਚੀਜ਼ ਨੂੰ ਲੈ ਕੇ ਆਂਦਾ। ਕਬੀਰ ਬੇੜਾ ਜਰਜਰਾ ਫੂਟੇ 6000,
ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਾਰ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਸਰੀਰ ਰੂਪੀ ਬੇੜੀ ਜਿਹੜੀ ਕਹਿੰਦੇ ਇਹ ਜਰਜਰੀ ਹੋ ਗਈ, ਭਾਵ ਇਸ ਦੇ ਵਿੱਚ ਉਹ ਤਾਕਤ ਨਹੀਂ ਰਹੀ। ਲੇਕਿਨ ਕਹਿੰਦੇ ਫੂਟੇ 6000 ਕਿਉਂਕਿ ਉਹ ਪੁਰਾਣੀ ਹੋ ਗਈ ਤੇ ਉਸ ਦੇ ਵਿੱਚ ਕਹਿੰਦੇ ਹਜ਼ਾਰਾਂ ਹੀ ਛੇਕ ਜਿਹੜੇ ਉਸ ਬੇੜੀ ਦੇ ਵਿੱਚ ਹੋ ਗਏ। ਲੇਕਿਨ ਕਹਿੰਦੇ ਜਿਹੜੇ ਇਨਸਾਨ ਕਹਿੰਦੇ ਵੀ ਸਿਰ ਦੇ ਉੱਪਰ ਕਹਿੰਦੇ ਭਾਰ ਚੱਕਿਆ ਹੋਇਆ ਤੇ ਫਿਰ ਜਿਹੜੀ ਜਦੋਂ ਉਹ ਬੇੜੀ 'ਚ ਪਾਣੀ ਜਿਹੜਾ ਉਹ ਐਂਟਰ ਹੋਣਾ ਸ਼ੁਰੂ ਹੋ ਜਾਏਗਾ ਨਾ, ਭਾਵ ਬੇੜੀ ਡੁੱਬਣੀ ਸ਼ੁਰੂ ਹੋ ਜਾਏਗੀ ਤੇ ਜਿਨ੍ਹਾਂ ਦੇ ਸਿਰ ਤੇ ਭਾਰ ਆ ਨਾ, ਫਿਰ ਕਹਿੰਦੇ ਉਹ ਉਸ ਨੂੰ ਥੱਲੇ ਲੈ ਕੇ ਚਲੇ ਜਾਏਗੀ। ਲੇਕਿਨ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈਗਾ ਕਹਿੰਦੇ ਉਹ ਇਨਸਾਨ ਜਿਹੜੇ ਇਸ ਗੱਲ ਦਾ ਦਾਅਵਾ ਕਰ ਸਕਦੇ ਕਿ ਬਈ ਉਹ ਉਸ ਬੇੜੀ ਦੇ ਵਿੱਚੋਂ ਜਿਹੜਾ ਉਹ ਨਿਕਲ ਸਕਦੇ, ਭਾਵ ਉਹ ਜਿਹੜਾ ਉਸ ਭਵ ਸਾਗਰ ਆ ਨਾ ਉਸ ਨੂੰ ਤਰ ਸਕਦੇ। ਇਸ ਕਰਕੇ ਸੰਤ ਰਾਮਾਨੰਦ ਜੀ ਨੇ ਆਪਣੇ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਭਰਾਵੋ ਜ਼ਿੰਦਗੀ ਰੂਪੀ ਬੇੜੀ ਦੇ ਵਿੱਚ ਜੇਕਰ ਤੁਸੀਂ ਪਾਪ ਪਾਏ ਹੋਏ ਆ ਨਾ ਤੇ ਫਿਰ ਉਹ ਬੇੜੀ ਜਿਹੜੀ ਆ ਨਾ ਉਹ ਪਾਰ ਨਹੀਂ ਹੋ ਸਕੇਗੀ। ਸਿਰਫ ਧਰਮ ਦੀਆਂ ਵੇਲਾਂ ਜਿਹੜੀਆਂ ਭਾਵ ਉਹ ਸਿਧਾਂਤ ਦੇ ਉੱਪਰ ਜਿਹੜੇ ਇਨਸਾਨ ਚੱਲ ਰਹੇ, ਧਰਮ ਹੈ ਕੀ ਆਪਾਂ ਵਿਚਾਰ ਕਰਕੇ ਦੇਖੀਏ। ਧਰਮ ਉਸ ਚੀਜ਼ ਨੂੰ ਕਹਿੰਦੇ ਜਿਸ ਨੂੰ ਆਪਾਂ ਅਸੂਲ ਕਹਿ ਸਕਦੇ। ਉਸ ਮਾਲਕ ਨੇ ਇੱਕ ਅਸੂਲ ਬਣਾਇਆ। ਕੀ ਬਣਾਇਆ? ਸੰਤ ਰਾਮਾਨੰਦ ਜੀ ਉਸ ਚੀਜ਼ ਨੂੰ ਆਪਣੀਆਂ ਅਗਲੀਆਂ ਕੜੀਆਂ ਦੇ ਵਿੱਚ ਫਰਮਾ ਰਿਹਾ ਹੈ। ਭੈਣ ਜੀ ਪਾਸੋਂ ਸਰਲ ਕਰੋ। ਹਾਂਜੀ। ਕਦੇ ਬੇੜੀਆਂ ਪਾਪ ਦੀਆਂ ਨਹੀਂ ਭਵ ਸਾਗਰ ਵਿੱਚ ਤਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਰੱਬ ਨੇ ਘੱਲਿਆ ਜੱਗ ਵਿੱਚ ਤੈਨੂੰ ਹੱਕ ਦੀ ਕਰਨ ਕਮਾਈ, ਪਰ ਤੈਂ ਕਰਕੇ ਵਧੀਆ ਬੰਦਿਆ ਸਾਰੀ ਉਮਰ ਬਿਤਾਈ। ਪਾਪ ਦੀਆਂ ਇਹ ਖੱਟੀਆਂ ਇੱਥੇ ਰਹਿ ਜਾਵਣਗੀਆਂ ਧਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਸੰਤ ਰਾਮਾਨੰਦ ਜੀ ਨੇ ਇਸ ਸ਼ਬਦ ਦੇ ਅੰਦਰ ਪਹਿਲੀ ਕੜੀ ਵਿੱਚ ਆਪਾਂ ਨੂੰ ਕੀ ਫਰਮਾਇਆ ਕਿ ਬਈ ਇਨਸਾਨ ਦੀ ਇਹ ਜਿਹੜੀ ਜੀਵਨ ਰੂਪੀ ਬੇੜੀ ਆ ਨਾ ਇਹ ਪਾਰ ਨਹੀਂ ਹੋ ਸਕਦੀ। ਦੂਸਰੀ ਕੜੀ ਵਿੱਚ ਕੀ ਫਰਮਾਇਆ? ਕਹਿੰਦੇ ਰੱਬ ਨੇ ਘੱਲਿਆ ਜੱਗ ਵਿੱਚ ਤੈਨੂੰ, ਕਹਿੰਦੇ ਉਹ ਬੰਦੇ ਮਾਲਕ ਦੇ ਪਿਆਰੇ, ਕਹਿੰਦੇ ਬਈ ਵਿਚਾਰ ਕਰਕੇ ਦੇਖ ਉਸ ਮਾਲਕ ਨੇ ਤੈਨੂੰ ਕਹਿੰਦੇ ਇਸ ਸੰਸਾਰ ਦੇ ਵਿੱਚ ਕਿਸ ਮਕਸਦ ਵਾਸਤੇ ਭੇਜਿਆ। ਉਸ ਮਾਲਕ ਦੇ ਨਾਲ ਸਿਰਫ ਵਿਸਾਲ ਕਹਿ ਲਓ, ਉਸ ਦੇ ਨਾਲ ਮਿਲਾਪ ਕਹਿ ਲਓ, ਉਸ ਦੇ ਨਾਲ ਮਿਲਣ ਦੇ ਢੰਗ ਦੀ ਗੱਲ ਜਿਹੜੀ ਸੰਤਾਂ ਨੇ ਆ ਕੇ ਆਪਾਂ ਨੂੰ ਇੱਥੇ ਦੱਸੀ। ਕੀ ਦੱਸਿਆ? ਕਹਿੰਦੇ ਰੱਬ ਨੇ ਘੱਲਿਆ ਜੱਗ ਵਿੱਚ ਤੈਨੂੰ ਹੱਕ ਦੀ ਕਰਨ ਕਮਾਈ। ਸੰਤ ਰਾਮਾਨੰਦ ਜੀ ਦੇ ਦੱਸਣ ਦੇ ਅਨੁਸਾਰ ਮੈਂ ਬੇਨਤੀ ਕਰਾਂ ਕਿ ਬਈ ਜਿਹੜਾ ਇਨਸਾਨ ਆਪ ਉਸ ਰਸਤੇ ਉੱਪਰ ਨਹੀਂ ਚੱਲਿਆ, ਦੂਸਰੇ ਨੂੰ ਉਪਦੇਸ਼ ਨਹੀਂ ਦੇ ਸਕਦਾ। ਸੰਤ ਰਾਮਾਨੰਦ ਜੀ ਦੀ ਜੇਕਰ ਜ਼ਿੰਦਗੀ ਆ ਨਾ, ਜੇਕਰ ਆਪਾਂ ਇਸ ਨੂੰ ਥੋੜਾ ਨੇੜਿਓਂ ਹੋ ਕੇ ਵੇਖੀਏ ਤੇ ਡੇਰਾ ਸੱਚਖੰਡ ਬੱਲਾਂ ਦੇ ਅੰਦਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਨੂੰ ਬਤੀਤ ਕੀਤਾ ਤੇ ਉਹਨਾਂ ਸਮਿਆਂ ਦੇ ਵਿੱਚ ਜਿਸ ਸਮੇਂ ਉਹਨਾਂ ਦਾ ਅਖੀਰਲਾ ਸਮਾਂ ਆਇਆ, ਦੱਸਦੇ ਕਿ ਉਹਨਾਂ ਦਾ ਜਿਹੜਾ ਮਕਾਨ ਕਹਿ ਲਓ ਪਿੰਡ ਦੇ ਵਿੱਚ ਕਹਿੰਦੇ ਉਹ ਕੱਚਾ ਸੀ, ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ, ਉਸ ਸਿਧਾਂਤ ਨੂੰ ਸਾਡੇ ਸਾਹਮਣੇ ਰੱਖਿਆ ਕਿ ਵੀ ਪਰਮਾਰਥ ਦੀ ਕਮਾਈ ਕਰਨ ਦੇ ਵਾਸਤੇ ਹੱਕ ਹਲਾਲ ਦੀ ਕਮਾਈ ਜਿਹੜੀ ਉਹ ਬੜੀ ਜ਼ਰੂਰੀ। ਜੇਕਰ ਹੱਕ ਹਲਾਲ ਦੀ ਇੱਕ ਇਨਸਾਨ ਕਮਾਈ ਨਹੀਂ ਕਰੇਗਾ ਤੇ ਫਿਰ ਉਸ ਮਾਲਕ ਦੇ ਘਰ ਵਿੱਚ ਇਹ ਇਨਸਾਨ ਜਿਹੜਾ ਉਹ ਨਹੀਂ ਜਾ ਸਕਦਾ। ਆਪਾਂ ਇੱਕ ਦੋ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਲਵਾਂਗੇ ਕਿ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਹੱਕ ਹਲਾਲ ਦੀ ਕਮਾਈ ਕਰਨ ਦਾ ਜਿਹੜਾ ਉਹ ਆਪਾਂ ਨੂੰ ਉਪਦੇਸ਼ ਦਿੱਤਾ। ਜਿਸ ਤਰ੍ਹਾਂ ਸੰਤ ਰਾਮਾਨੰਦ ਜੀ ਆਪਣੇ ਇਸ ਸ਼ਬਦ ਦੇ ਅੰਦਰ ਜਿਹੜਾ ਉਹ ਵਰਣਨ ਕਰ ਰਹੇ। ਗੁਰੂ ਸਾਹਿਬਾਨ ਦੀ ਆਪਾਂ ਗੱਲ ਕਰ ਲਈਏ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਹਾਮਾ ਭਰਨਾ ਵਿਚਾਰ ਕਰਨ ਵਾਲੀ ਗੱਲ। ਜਿਸ ਤਰ੍ਹਾਂ ਕੋਈ ਆਪਾਂ ਕੋਰਟ ਵਿੱਚ ਚਲ ਜਾਏ ਨਾ ਤੇ ਆਪਾਂ ਨੂੰ ਪਤਾ ਕਿ ਫਿਰ ਜੱਜ ਦੇ ਕੋਲ ਜਿਸ ਸਮੇਂ ਉਹਦੀ ਆਪਾਂ ਜ਼ਮਾਨਤ ਵਗੈਰਾ ਕਹਿੰਦੇ ਆ ਨਾ ਉਹ ਹੁੰਦੀ, ਤੇ ਫਿਰ ਜ਼ਮਾਨਤ ਦੇਣ ਵਾਲਾ ਇੱਕ ਹਾਮੀ ਭਰਦਾ ਕਿ ਵੀ ਮੈਂ ਇਸ ਚੀਜ਼ ਦੀ ਹਾਮੀ ਭਰਦਾ
ਕਿ ਜੇਕਰ ਇਹ ਜਿਹੜਾ ਮੁਲਜ਼ਮ ਹੈਗਾ ਇਸ ਤੋਂ ਬਾਅਦ ਇਹ ਗਲਤੀ ਕਰੇਗਾ ਨਾ ਤੇ ਫਿਰ ਜਿਹੜੀ ਜ਼ਮਾਨਤ ਆ ਉਹ ਜਿਹੜੀ ਹਾਮੀ ਭਰਦਾ ਨਾ ਫਿਰ ਉਸ ਨੂੰ ਦੇਣੀ ਪੈ ਜਾਂਦੀ। ਸੰਤ ਸਤਿਗੁਰੂ ਇੱਥੇ ਆ ਕੇ ਇਨਸਾਨ ਦੀ ਹਾਮੀ ਭਰਨਗੇ ਕਿ ਵੀ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਉਹ ਇਸ ਤਰ੍ਹਾਂ ਦੀ ਹੋਵੇਗੀ। ਉਸ ਸਮੇਂ ਦੇ ਅਨੁਸਾਰ ਗੁਰੂ ਸਾਹਿਬਾਨ ਨੇ ਕੀ ਫਰਮਾਇਆ, ਕਹਿੰਦੇ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਭਾਵ ਹੱਕ ਦੀ ਕਮਾਈ ਕਹਿ ਲੋ, ਵੈਸੇ ਮੁਰਦਾਰ ਤੋਂ ਭਾਵ ਮੁਰਦਾ ਵੀ, ਲੇਕਿਨ ਇੱਥੇ ਮੁਰਦਾਰ ਦਾ ਭਾਵ ਕਿ ਜੇਕਰ ਠੱਗੀਆਂ ਅਤੇ ਬੇਈਮਾਨੀਆਂ ਦੀ ਕਮਾਈ ਇਸ ਇਨਸਾਨ ਨੇ ਖਾਧੀਆਂ ਨਾ ਤੇ ਫਿਰ ਉਸ ਮਾਲਕ ਦਾ ਘਰ ਜਿਹੜਾ ਇਸ ਇਨਸਾਨ ਨੂੰ ਨਹੀਂ ਮਿਲ ਸਕੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਜੇਕਰ ਆਪਾਂ ਜ਼ਿੰਦਗੀ ਪੜ੍ਹ ਕੇ ਵੇਖ ਲਈਏ, ਸਤਿਗੁਰੂ ਰਵਿਦਾਸ ਜੀ ਦੀ ਆਪਾਂ ਜ਼ਿੰਦਗੀ ਪੜ੍ਹ ਕੇ ਵੇਖ ਲਈਏ, ਸਾਰੀ ਜ਼ਿੰਦਗੀ ਸਤਿਗੁਰੂ ਰਵਿਦਾਸ ਜੀ ਨੇ ਹੱਥੀਂ ਕਿਰਤ ਕੀਤੀ, ਸਾਧ ਸੰਗਤ ਦੀ ਮੁਫਤ ਦੇ ਵਿੱਚ ਜਿਹੜੀ ਸੇਵਾ ਕੀਤੀ। ਹਾਲੇ ਕਿ ਰਾਜੇ ਤੇ ਮਹਾਰਾਜੇ ਜਿਹੜੇ ਉਹ ਇਹਨਾਂ ਦੇ ਸਿੱਖ ਸੇਵਕ ਸਨ। ਕਬੀਰ ਸਾਹਿਬ ਮਹਾਰਾਜ ਜੀ ਦੀ ਜ਼ਿੰਦਗੀ ਜਿਸ ਨੂੰ ਆਪਾਂ ਇਹ ਆਖ ਸਕਦੇ ਕਿ ਜੀ ਗਰੀਬੀ, ਇੱਕ ਹੋਰ ਲਫ਼ਜ਼ ਆਪਾਂ ਵਰਤਦੇ ਅਤ ਗਰੀਬੀ, ਇਹੋ ਜੀ ਅਵਸਥਾ ਦੇ ਵਿੱਚੋਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਲੰਘੇ। ਲੇਕਿਨ ਰਾਜਾ ਬਲਖ ਬੁਖਾਰੀ ਦਾ ਬਾਦਸ਼ਾਹ ਜਿਹੜਾ ਇਬਰਾਹਿਮ ਅਦਮ ਉਹ ਇਹਨਾਂ ਦਾ ਸੇਵਕ ਸੀ। ਰਾਜਾ ਵੀਰ ਸਿੰਘ ਜਿਹੜੇ ਉਹ ਇਹਨਾਂ ਦੇ ਸੇਵਕ ਸਨ, ਬਘੇਲ ਸਿੰਘ ਜਿਹੜੇ ਉਹ ਇਹਨਾਂ ਦੇ ਸੇਵਕ ਸਨ। ਲੇਕਿਨ ਇਹਨਾਂ ਨੇ ਹੱਕ ਹਲਾਲ ਦੀ ਕਮਾਈ ਦੇ ਉੱਪਰ ਪਹਿਰਾ ਦਿੰਦੇ ਹੋਏ ਇਸ ਇਨਸਾਨ ਨੂੰ ਸੋਝੀ ਦਿੱਤੀ ਕਿ ਵੀ ਉਸ ਮਾਲਕ ਦੀ ਬੰਦਗੀ ਜਿਹੜੀ ਬਿਨਾਂ ਹੱਕ ਹਲਾਲ ਦੀ ਕਮਾਈ ਕਰਨ ਤੋਂ ਆਪਾਂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਆਪਾਂ ਸ਼ੇਖ ਫਰੀਦ ਜੀ ਦੀ ਜਿਹੜੀ ਉਹ ਜ਼ਿੰਦਗੀ ਪੜ੍ਹ ਕੇ ਦੇਖ ਸਕਦੇ। ਵੱਖਰੇ ਵੱਖਰੇ ਮਹਾਤਮਾ ਦੇ ਦੱਸਣ ਤੋਂ ਕੀ ਭਾਵ, ਹਰੇਕ ਮਹਾਤਮਾ ਨੇ ਪਰਮਾਰਥ ਦੀ ਕਮਾਈ ਕਰਨ ਦੇ ਲਈ, ਜਿਸ ਤਰ੍ਹਾਂ ਸੰਤ ਰਾਮਾਨੰਦ ਜੀ ਨੇ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਕਿ ਰੱਬ ਨੇ ਘੱਲੇ ਆ ਜੱਗ ਵਿੱਚ ਤੈਨੂੰ ਹੱਕ ਦੀ ਕਰਨ ਕਮਾਈ। ਕਿਉਂ? ਇਸ ਕਰਕੇ ਉਸ ਮਾਲਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਵੇਗੀ। ਸ਼ੇਖ ਫਰੀਦ ਜੀ ਨੇ ਕੀ ਫਰਮਾਇਆ ਆਪਣੀ ਬਾਣੀ ਦੇ ਅੰਦਰ, ਉਹਨਾਂ ਨੇ ਜ਼ਿਕਰ ਕੀਤਾ ਜੀ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸ੍ਰੀ ਰੋਲੇ। ਕਹਿੰਦੇ ਐ ਸਾਈਂ, ਐ ਰੱਬ, ਐ ਖੁਦਾ, ਕਹਿੰਦੇ ਕਿਸੇ ਦੇ ਬਈ ਅੱਗੇ ਹੱਥ ਫੈਲਾਉਣ ਵਾਲਾ ਨਾ ਕਰੇ। ਕਹਿੰਦੇ ਜੇਕਰ ਇਹੋ ਜੀ ਅਵਸਥਾ ਤੇ ਫਿਰ ਕਹਿੰਦੇ ਇਸ ਨਾਲੋਂ ਜ਼ਿਆਦਾ ਚੰਗਾ ਕਹਿੰਦੇ ਮੈਂ ਇਸ ਦੁਨੀਆ ਦੇ ਵਿੱਚ ਜਿਹੜਾ ਉਹ ਨਾ ਰਹਾਂ। ਇਸ ਕਰਕੇ ਸੰਤ ਰਾਮਾਨੰਦ ਜੀ ਦੇ ਦੱਸਣ ਦੇ ਅਨੁਸਾਰ ਕਹਿੰਦੇ ਰੱਬ ਨੇ ਘੱਲਿਆ ਜੱਗ ਵਿੱਚ ਤੈਨੂੰ ਹੱਕ ਦੀ ਕਰਨ ਕਮਾਈ, ਪਰ ਤੈਂ ਕਰਕੇ ਵਧੀਆਂ ਬੰਦਿਆ ਸਾਰੀ ਉਮਰ ਗਵਾਈ। ਲੇਕਿਨ ਕਹਿੰਦੇ ਵਧੀਆਂ ਕੀਤੀਆਂ, ਕੀ ਵਧੀਆਂ ਕੀਤੀਆਂ? ਬਾਣੀ ਦੇ ਅੰਦਰ ਇਸ਼ਾਰਾ ਮਿਲੇਗਾ। ਸ਼ੇਖ ਫਰੀਦ ਜੀ ਆਪਣੀ ਬਾਣੀ ਦੇ ਅੰਦਰ ਦੱਸ ਰਹੇ, ਕਹਿੰਦੇ ਬਈ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰ ਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਇਹਦਾ ਮਤਲਬ ਇਹ ਨਹੀਂ ਕਿ ਵੀ ਫਰੀਦ ਸਾਹਿਬ ਨੇ ਇਹ ਕਿਹਾ ਕਿ ਵੀ ਆਪਣੇ ਘਰਾਂ ਨੂੰ ਛੱਡ ਦਿਓ ਤੇ ਝੋਪੜੀਆਂ ਜਾ ਕੇ ਰੱਖ ਦਿਓ। ਨਹੀਂ, ਜੇ ਮਾਲਕ ਨੇ ਦਿੱਤਾ ਤੇ ਫਰੀਦ ਸਾਹਿਬ ਕਹਿੰਦੇ ਉਸ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਆਪਾਂ ਨੂੰ ਕਿ ਵੀ ਇਹੋ ਜਿਹੀ ਅਵਸਥਾ ਦੇ ਵਿੱਚ ਬਣਾਇਆ। ਲੇਕਿਨ ਕਹਿੰਦੇ ਹੈ ਕੀ ਠੱਗੀਆਂ ਤੇ ਬੇਈਮਾਨੀ ਨਾਲ ਕੀਤੀ। ਕਹਿੰਦੇ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਗੋਰੀ ਤੋਂ ਭਾਵ ਕਬਰ। ਅਖੀਰ ਦੇ ਵਿੱਚ ਕਹਿੰਦੇ ਇਸ ਦਾ ਜਿਹੜਾ ਉਹ ਕਹਿੰਦੇ ਕਿੱਥੇ ਹੋਵੇਗਾ ਨਿਵਾਸ? ਕਹਿੰਦੇ ਵੀ ਫਿਰ ਉਹ ਕਬਰਾਂ ਦੇ ਵਿੱਚ ਹੋਵੇਗਾ। ਇਸ ਤੋਂ ਅੱਗੇ ਸੰਤ ਰਾਮਾਨੰਦ ਜੀ ਨੇ ਆਪਣੇ ਸ਼ਬਦ ਦੇ ਅੰਦਰ ਕੀ ਫਰਮਾਇਆ? ਪਿਆਰ ਨਾਲ ਭੈਣ ਜੀ ਬਸ ਸਰਵਣ ਕਰੋ। ਹਾਂਜੀ। ਮੰਨਿਆ ਤੇਰੇ ਕੋਲ ਹੈ ਬੰਦਿਆ ਕੁੱਲ ਦੁਨੀਆ ਦੀ ਮਾਇਆ, ਰੱਬ ਦੇ ਪਿਆਰ ਬਿਨਾ ਕਿਸ ਕੰਮ ਦਾ ਬੰਦਿਆ ਇਹ ਸਰਮਾਇਆ। ਹੀਰਾ ਨਾਮ ਦਾ ਛੱਡ ਕੇ ਪੰਡਾਂ ਪਾਪ ਦੀਆਂ ਤੈ ਧਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਤੀਸਰੀ ਆਪਾਂ ਕੜੀ ਕਹਿ ਲਈਏ ਵਿੱਚ ਸੰਤ ਰਾਮਾਨੰਦ ਜੀ ਨੇ ਆਪਾਂ ਨੂੰ ਕੀ ਸੰਦੇਸ਼ ਦਿੱਤਾ? ਉਸ ਮਾਲਕ ਦੀ ਬੰਦਗੀ ਦੀ ਪਹਿਲਾਂ ਆਪਾਂ ਵਿਚਾਰ ਕੀਤੀ, ਉਹਨਾਂ ਨੇ ਹੱਕ ਹਲਾਲ ਦੀ ਕਮਾਈ ਕਰਨ ਦੇ ਉੱਪਰ ਜ਼ੋਰ ਦਿੱਤਾ। ਇਸ ਕੜੀ ਦੇ ਅੰਦਰ ਕੀ ਫਰਮਾਇਆ ਸੰਤ ਰਾਮਾਨੰਦ ਜੀ ਨੇ? ਕਹਿੰਦੇ ਮੰਨਿਆ ਤੇਰੇ ਕੋਲ ਹੈ ਬੰਦਿਆ ਕੁੱਲ ਦੁਨੀਆ ਦੀ ਮਾਇਆ। ਕਹਿੰਦੇ ਕੋਈ ਸ਼ੱਕ ਵਾਲੀ ਗੱਲ ਨਹੀਂ, ਠੱਗੀਆਂ ਤੇ ਬੇਈਮਾਨੀਆਂ ਦੇ ਨਾਲ ਸਾਰੀ ਦੁਨੀਆ ਦੀ ਮਾਇਆ ਜਿਹੜੀ ਉਸ ਨੂੰ ਇਕੱਠੀ ਕਰ ਲਿਆ। ਕਹਿੰਦੇ ਰੱਬ ਦੇ ਪਿਆਰ ਬਿਨਾ ਕਿਸ ਕੰਮ ਦਾ ਬੰਦਿਆ ਇਹ ਸਰਮਾਇਆ।
ਕਹਿੰਦੇ ਜੇਕਰ ਇਨਸਾਨੀ ਜਾਮੇ ਦੇ ਅੰਦਰ ਉਸ ਮਾਲਕ ਦੀ ਬੰਦਗੀ ਨਹੀਂ ਕੀਤੀ, ਉਸ ਦੇ ਨਾਲ ਪਿਆਰ ਜਿਹੜਾ ਉਹ ਨਹੀਂ ਪਾਇਆ, ਤੇ ਫਿਰ ਕਹਿੰਦੇ ਉਸ ਦਾ ਆਪਾਂ ਨੂੰ ਜਿਹੜਾ ਉਹ ਜ਼ਿਆਦਾ ਫਾਇਦਾ ਜਿਹੜਾ ਉਹ ਨਹੀਂ ਹੋਵੇਗਾ। ਇੱਥੇ ਇੱਕ ਸਵਾਲ ਖੜਾ ਹੋਵੇਗਾ। ਜਿਸ ਤਰ੍ਹਾਂ ਅਕਸਰ ਆਪਾਂ ਕਈ ਵਾਰੀ ਇਹੋ ਜਿਹੀ ਗੱਲ ਜਿਹੜੀ ਜੀ ਉਹ ਸੁਣ ਜਾਂਦੇ, ਕਿਤੇ ਕਿਤੇ ਸਾਖੀ ਆਪਾਂ ਨੂੰ ਮਿਲ ਜਾਂਦੀ ਕਿ ਸਿਕੰਦਰ ਬਾਦਸ਼ਾਹ ਜਿਸ ਸਮੇਂ ਉਹਨੇ ਸਿੰਧ ਦਰਿਆ ਨੂੰ ਭਰ ਕੇ ਉਹ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਦਾਖਲ ਹੋਣ ਲੱਗਾ ਨਾ, ਤੇ ਦੱਸਦੇ ਜੀ ਕਿ ਉਸ ਦਰਿਆ ਦੇ, ਸਿੰਧ ਦਰਿਆ ਦੇ ਕੰਢੇ ਤੇ ਇੱਕ ਫਕੀਰ ਜਿਹੜਾ ਉਹ ਸੁੱਤਾ ਪਿਆ ਬੜੇ ਆਰਾਮ ਦੇ ਨਾਲ। ਆਪਾਂ ਗੱਲ ਉੱਥੋਂ ਲੈ ਕੇ ਆਵਾਂਗੇ ਜੋ ਸੰਤ ਰਾਮਾਨੰਦ ਜੀ ਨੇ ਆਪਾਂ ਨੂੰ ਦੱਸਿਆ। ਕਹਿੰਦੇ ਜੇਕਰ ਮਾਲਕ ਨਾਲ ਪਿਆਰ ਨਹੀਂ ਪਿਆ ਤੇ ਫਿਰ ਇਹ ਮਾਇਆ ਕਿਸ ਕੰਮ ਦੀ। ਹੋਇਆ ਕਿ ਜਿਹੜੇ ਉਸ ਦੇ ਨਾਲ ਅਹਿਲਕਾਰ ਸਨ, ਕਿਉਂਕਿ ਰੌਲਾ ਪੈ ਰਿਹਾ ਸਿੰਧ ਦਰਿਆ ਨੂੰ ਪਾਰ ਕਰਨ ਦੇ ਸਮੇਂ, ਤੇ ਉਹ ਕਹਿੰਦੇ ਜੀ ਉਹ ਬੜੇ ਆਰਾਮ ਦੇ ਨਾਲ ਸੁੱਤਾ ਪਿਆ, ਤੇ ਫਿਰ ਕਹਿੰਦੇ ਉਸ ਨੂੰ ਜਾਗ ਹੀ ਨਹੀਂ ਆਈ। ਤੇ ਦੱਸਦੇ ਕਿ ਸਿਕੰਦਰ ਬਾਦਸ਼ਾਹ ਉਸ ਦੇ ਕੋਲ ਗਿਆ ਤੇ ਉਸ ਨੂੰ ਜਗਾਇਆ, ਤੇ ਕਹਿਣ ਲੱਗੇ ਜੀ, ਉਹ ਸਿਕੰਦਰ ਬਾਦਸ਼ਾਹ ਨੂੰ ਸਵਾਲ ਕਰਦਾ, ਉਹ ਮਾਲਕ ਦਾ ਪਿਆਰਾ, ਕਹਿੰਦੇ ਜੀ ਕਿੱਧਰ ਜਾ ਰਹੇ ਹੋ? ਕਹਿੰਦੇ ਤੈਨੂੰ ਪਤਾ ਨਹੀਂ ਮੈਂ ਦੁਨੀਆ ਦਾ ਬਾਦਸ਼ਾਹ ਸਿਕੰਦਰ ਹਾਂ, ਤੇ ਦੁਨੀਆ ਨੂੰ ਜਿਹੜਾ ਉਹ ਫਤਿਹ ਕਰਨ ਵਾਸਤੇ ਜਾਂ ਲੁੱਟਣ ਵਾਸਤੇ ਜਾ ਰਿਹਾ। ਉਹ ਕਹਿੰਦੇ ਫਿਰ ਕੀ ਕਰੇਗਾ ਜੇ ਤੂੰ ਭਾਰਤ ਨੂੰ ਜਿੱਤ ਲਵੇਂਗਾ? ਫਿਰ ਕਹਿੰਦੇ ਇਸ ਤੋਂ ਅਗਲੇ ਕੰਟਰੀ ਨੂੰ ਜਿੱਤਾਂਗਾ। ਕਹਿੰਦੇ ਫਿਰ ਕੀ ਕਰੇਗਾ? ਫਿਰ ਕਹਿੰਦੇ ਇਸ ਤੋਂ ਕਿਸੇ ਹੋਰ ਕੰਟਰੀ ਨੂੰ ਜਿੱਤਾਂਗਾ। ਸਵਾਲ ਜਿਹੜਾ ਉਹ ਲੰਬਾ ਹੁੰਦਾ ਗਿਆ। ਅਖੀਰ ਵਿੱਚ ਕਹਿੰਦੇ ਸਾਰਾ ਕੁਝ ਜਿੱਤ ਕੇ ਫਿਰ ਕੀ ਕਰੇਗਾ? ਤੇ ਸਿਕੰਦਰ ਬਾਦਸ਼ਾਹ ਕਹਿੰਦਾ ਜੀ ਫਿਰ ਮੈਂ ਆਰਾਮ ਦੇ ਨਾਲ ਬੈਠਾਂਗਾ। ਤੇ ਮਹਾਤਮਾ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਸ਼ਾਇਦ ਤੈਨੂੰ ਉਹ ਆਰਾਮ ਮਿਲੇ ਜਾਂ ਨਾ ਮਿਲੇ, ਲੇਕਿਨ ਮੈਂ ਉਸ ਆਰਾਮ ਦੇ ਵਿੱਚ ਜਿਹੜਾ ਉਹ ਹੁਣ ਬੈਠਾ। ਸੰਤ ਰਾਮਾਨੰਦ ਜੀ ਨੇ ਕੀ ਫਰਮਾਇਆ? ਕਹਿੰਦੇ ਰੱਬ ਦੇ ਪਿਆਰ ਬਿਨਾ ਕਿਸ ਕੰਮ ਦਾ, ਬੰਦਿਆ ਇਹ ਸਰਮਾਇਆ, ਹੀਰਾ ਨਾਮ ਦਾ ਛੱਡ ਕੇ ਫੰਡਾਂ, ਪਾਪ ਦੀਆਂ ਤੈਂ ਧਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਹੀਰਾ ਨਾਮ ਦਾ ਛੱਡ ਕੇ, ਕਹਿੰਦੇ ਉਹ ਭਾਈ ਮਾਲਕ ਦੀ ਬੰਦਗੀ ਕਰਨੀ ਸੀ, ਨਾਮ ਰੂਪੀ ਹੀਰਾ ਜਿਹੜਾ ਉਸ ਨੂੰ ਪ੍ਰਾਪਤ ਕਰਨਾ ਸੀ। ਆਪਾਂ ਵੀ ਕਈ ਵਾਰੀ ਮੀਡੀਆ ਵਿੱਚ ਕਹਿ ਲਓ ਜਾਂ ਆਪਾਂ ਦੇਖਦੇ ਆ ਨਾ, ਆਮ ਤੌਰ ਤੇ ਉਹ ਲਿਖਿਆ ਮਿਲਦਾ ਹੈਗਾ ਜੀ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਪਾਖੇ ਰਵਿਦਾਸ। ਅਸਲ ਵਿੱਚ ਇਹ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ, ਇਹ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਦੇ ਵਿੱਚ ਇਹ ਉਹਨਾਂ ਦੀ ਬਾਣੀਆਂ, ਤੇ ਉਹਨਾਂ ਨੇ ਲਿਖਿਆ ਵੀ ਜੇਕਰ ਹਰੀ ਰੂਪੀ ਹੀਰੇ ਨੂੰ ਛੱਡ ਕੇ, ਕਹਿੰਦੇ ਹੋਰ ਜਿਹੜੀ ਵੀ ਚੀਜ਼ ਕਰਦੇ ਹੋ, ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ, ਨਰਕਾਂ ਦੀ ਅੱਗ ਤੋਂ ਕਹਿੰਦੇ ਨਹੀਂ ਬਚ ਸਕਦੇ। ਸਤ ਪਾਖੇ ਰਵਿਦਾਸ, ਕਹਿੰਦੇ ਰਵਿਦਾਸ ਜੀ ਜਿਹੜੀ ਗੱਲ ਕਹਿ ਰਹੇ ਆ ਨਾ, ਕਹਿੰਦੇ ਉਹ ਪੱਥਰ ਦੇ ਉੱਤੇ ਲਕੀਰਿਆ, ਉਹ 100% ਜਿਸ ਨੂੰ ਆਪਾਂ ਕਹਿ ਦਈਏ ਕਿ ਉਹ ਠੀਕ। ਇਸ ਕਰਕੇ ਵੱਖਰੇ ਵੱਖਰੇ ਮਹਾਤਮਾ ਆਪਾਂ ਨੂੰ ਇਹੀ ਚੀਜ਼ ਦੱਸ ਰਹੇ। ਸੰਤ ਰਾਮਾਨੰਦ ਜੀ ਨੇ ਕੀ ਫਰਮਾਇਆ? ਰੱਬ ਨੇ ਘੱਲਿਆ ਜੱਗ ਵਿੱਚ ਤੈਨੂੰ, ਹੱਕ ਦੀ ਕਰਨ ਕਮਾਈ, ਪਰ ਤੈਂ ਕਰਕੇ ਵਧੀਆ ਬੰਦਿਆ ਸਾਰੀ ਉਮਰ ਗਵਾਈ। ਇਸ ਤੋਂ ਅੱਗੇ ਸੰਤ ਰਾਮਾਨੰਦ ਜੀ ਆਪਣੇ ਸ਼ਬਦ ਵਿੱਚ ਕੀ ਫਰਮਾ ਰਹੇ? ਭੈਣ ਜੀ ਪਾਸੋਂ ਸਰਲ ਕਰੋ। ਹਾਂਜੀ। ਬੱਗੇ ਵਾਲ ਹੋ ਗਏ ਤੇਰੇ, ਜਰਜਰ ਹੋ ਗਈ ਕਾਇਆ, ਹੱਥ ਪੈਰ ਪੈ ਕੰਬਣ ਤੇਰੇ, ਵਕਤ ਅਖੀਰੀ ਆਇਆ। ਫਿਰ ਵੀ ਤੇਰੇ ਅੰਦਰੋਂ ਬੰਦਿਆ, ਹਿਰਸਾਂ ਮੂਲ ਨਾ ਮਰੀਆਂ, ਵੇਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀ। ਤੇ ਚੌਥੀ ਕੜੀ ਦੇ ਵਿੱਚ ਸੰਤ ਰਾਮਾਨੰਦ ਜੀ ਨੇ ਕੀ ਫਰਮਾਇਆ? ਕਹਿੰਦੇ ਵੀ ਅਖੀਰਲਾ ਸਮਾਂ ਆ ਗਿਆ, ਇਸ ਇਨਸਾਨ ਦੇ ਵਾਲ ਜਿਹੜੇ ਉਹ ਚਿੱਟੇ ਹੋ ਗਏ, ਭਾਵ ਅਖੀਰਲਾ ਸਮਾਂ ਆ ਗਿਆ। ਕਹਿੰਦੇ ਬੱਗੇ ਬਾਲ ਹੋ ਗਏ ਤੇਰੇ, ਜਰਜਰ ਹੋ ਗਈ ਕਾਇਆ, ਹੱਥ ਪੈਰ ਪੈ ਕੰਬਣ ਤੇਰੇ, ਵਕਤ ਅਖੀਰੀ ਆਇਆ। ਫਿਰ ਵੀ ਤੇਰੇ ਅੰਦਰੋਂ ਬੰਦੇ ਆ, ਹਿਰਸਾਂ ਮੂਲ ਨਾ ਮਰੀਆਂ। ਉਹ ਕਹਿੰਦੇ ਦੁਨੀਆ ਦੀਆਂ ਵਾਸਨਾਵਾਂ ਕਹਿ ਲਓ, ਲਾਲਸਾਂ ਕਹਿ ਲਓ, ਖਾਸ਼ਾਂ ਕਹਿ ਲਓ, ਕਹਿੰਦੇ ਵੀ ਉਹ ਖਤਮ ਨਹੀਂ ਹੋ ਸਕੀਆਂ। ਇਸ ਕਰਕੇ ਸੰਤ ਰਾਮਾਨੰਦ ਜੀ ਦੇ ਆਪਾਂ ਇਸ ਸੰਬੰਧ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਕੀ ਦੱਸਿਆ, ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ। ਹਾਂਜੀ। ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੰਤ ਰਾਮਾਨੰਦ ਜੀ ਇਸ ਮਈ ਦੇ ਮਹੀਨੇ ਵਿੱਚ ਹੀ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਗਏ। ਉਹਨਾਂ ਦੀ ਯਾਦ ਵਿੱਚ ਇਕੱਠੇ ਹੋਣ ਤੋਂ ਭਾਵ ਜ਼ਿੰਦਗੀ ਨੂੰ ਸਫਲ ਕਰਨ ਦਾ ਜੋ ਰਸਤਾ
ਉਹ ਦੱਸ ਗਏ ਉਸ ਉੱਪਰ ਚੱਲਣ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਆਪਾਂ ਆਖ ਸਕਦੇ ਹਾਂ ਕਿ ਇੱਕ ਬਾਪ ਦੀ ਖੁਸ਼ੀ ਉਸ ਦੀ ਆਗਿਆਕਾਰੀ ਵਿੱਚ ਹੈ। ਜੇਕਰ ਆਪਾਂ ਬਾਪ ਦੀ ਕਹੀ ਹੋਈ ਗੱਲ ਨੂੰ ਹੀ ਨਹੀਂ ਮੰਨਿਆ ਤਾਂ ਫਿਰ ਆਪਾਂ ਉਸ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਾਂਗੇ। ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਕਬੀਰ ਸੰਤ ਮੋਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵਿਓ ਸਾਕਤ ਬਾਪੁਰੇ, ਜੋ ਹਾਟੇ ਹਾਟ ਵਿਕਾਏ। ਸਤਿਗੁਰੂ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਸੰਤ ਸਤਿਗੁਰੂ ਇਸ ਸੰਸਾਰ ਅੰਦਰ ਸਿਰਫ ਉਸ ਮਾਲਕ ਦਾ ਉਪਦੇਸ਼ ਦੇਣ ਹੀ ਆਉਂਦੇ ਹਨ। ਇਹ ਉਹਨਾਂ ਦੀ ਮਰਜ਼ੀ ਹੈ, ਜਦੋਂ ਚਾਹਣ ਇਸ ਸਰੀਰ ਨੂੰ ਤਿਆਗ ਸਕਦੇ ਹਨ। ਧੰਨਵਾਦੀ ਹਾਂ ਕਾਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਸੰਤ ਰਾਮਾਨੰਦ ਜੀ ਦੀਆਂ ਯਾਦ ਵਿੱਚ ਸੰਗਤ ਨਾਲ ਵਿਚਾਰ ਸਾਂਝੇ ਕਰਨ ਦੀ ਮਾਣ ਬਖਸ਼ਿਆ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨ ਗੁਰੂ।